ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ। ਮੈਂ ਹਾਂ ਕਿਰਨ ਛਾ ਰਚਨਾ, ਹਾਜ਼ਰ ਹਾਂ ਪ੍ਰੋਗਰਾਮ ਨਾਵਲ ਲੈ ਕੇ। ਅੱਜ ਤੁਸੀਂ ਸੁਣੋਗੇ ਨਾਵਲਕਾਰ ਸੁਖਵੀਰ ਸਿੰਘ ਜੀ ਦਾ ਲਿਖਿਆ ਹੋਇਆ ਨਾਵਲ ਮੱਖੀਆਂ, ਭਾਗ 6। ਮੈਨੂੰ ਆਪ ਨੂੰ ਵੀ ਕਈ ਵਾਰ ਇਹ ਮਹਿਸੂਸ ਹੁੰਦਾ ਹੈ ਕਿ ਮੈਂ ਇੱਕ ਅਜੀਬ ਤਰ੍ਹਾਂ ਦਾ ਆਦਮੀ ਹਾਂ। ਪਰਫਿਊਮ ਬਾਰੇ, ਇਸ ਦੀ ਵਰਤੋਂ ਬਾਰੇ ਅਤੇ ਮਹਿਕ ਬਾਰੇ ਮੇਰੇ ਆਪਣੇ ਹੀ ਵਿਚਾਰ ਹੈ। ਮੈਂ ਸੁਬਾਹ ਤਿਆਰ ਹੋਣ ਬਾਅਦ ਕਦੇ ਵੀ ਆਪਣੇ ਕੱਪੜਿਆਂ ਉੱਪਰ ਪਰਫਿਊਮ ਦਾ ਛਿੜਕਾਅ ਨਹੀਂ ਕਰਦਾ, ਸਗੋਂ ਰਾਤ ਨੂੰ ਉਹਨਾਂ ਕੱਪੜਿਆਂ 'ਤੇ ਪਰਫਿਊਮ ਸਪਰੇਅ ਕਰਕੇ ਅਲਮਾਰੀ ਵਿੱਚ ਬੰਦ ਕਰ ਦਿੰਦਾ ਹਾਂ ਜੋ ਮੈਂ ਸੁਬਾਹ ਪਾਉਣੇ ਹੁੰਦੇ ਹਨ। ਇਸ ਤਰ੍ਹਾਂ ਹਲਕੀ ਖੁਸ਼ਬੂ ਮਿਲਦੀ ਹੈ। ਮੈਨੂੰ ਤੇਜ਼ ਖੁਸ਼ਬੂ ਡਿਸਟਰਬ ਕਰਦੀ ਹੈ। ਇੱਕ ਗੱਲ ਇਹ ਵੀ ਹੈ, ਜੇਕਰ ਤੁਸੀਂ ਹਮੇਸ਼ਾ ਖੁਸ਼ਬੂ ਦੇ ਟੱਚ ਵਿੱਚ ਰਹਿੰਦੇ ਹੋ ਤਾਂ ਉਹ ਆਪਣਾ ਜਾਦੂ ਗਵਾ ਦਿੰਦੀ ਹੈ। ਇਸ ਤਰ੍ਹਾਂ ਖੁਸ਼ਬੂ ਨੂੰ ਸਿਰਫ ਤੁਹਾਡੇ ਆਸ-ਪਾਸ ਦੇ ਲੋਕ ਹੀ ਮਾਣ ਸਕਦੇ ਹਨ। ਇਸ ਲਈ ਕਈ ਵਾਰ ਮੈਂ ਆਪਣੇ ਕਮਰੇ ਵਿੱਚ ਜਾਂ ਬਿਸਤਰ 'ਤੇ ਰੂਮ ਫਰੈਸ਼ਰ ਦਾ ਪਰਫਿਊਮ ਦਾ ਛਿੜਕਾਅ ਕਰਦਾ ਹਾਂ। ਇਸ ਨਾਲ ਸੌਣ ਤੋਂ ਪਹਿਲਾਂ ਦਾ ਸਮਾਂ ਜੋ 15 ਜਾਂ 20 ਮਿੰਟ ਦਾ ਹੁੰਦਾ ਹੈ, ਉਸ ਖੁਸ਼ਬੂ ਨਾਲ ਭਰ ਜਾਂਦਾ ਹੈ। ਇਸ ਨਾਲ ਅਜੀਬ ਤਰ੍ਹਾਂ ਦੀ ਖੁਸ਼ੀ ਮਿਲਦੀ ਹੈ। ਦੋਸਤੋ, ਚਿੱਤਰਕਾਰ ਦੀ ਇਹ ਗੱਲ ਮੈਨੂੰ ਵੀ ਬਹੁਤ ਵਧੀਆ ਲੱਗੀ। ਮੈਂ ਵੀ ਪਰਫਿਊਮ ਦੀ ਬਹੁਤ ਸ਼ੌਕੀਨ ਹਾਂ। ਚੱਲਦੇ ਹਾਂ ਹੁਣ ਅਗਲੇ ਪੈਰੇ 'ਤੇ। ਮੈਨੂੰ ਅੱਜ ਸੁਬੋਧ ਦਾ ਸਟੇਟਸ ਪੜ੍ਹਦਿਆਂ ਪਤਾ ਲੱਗਿਆ ਕਿ ਉਸਨੇ ਮੇਰੇ ਸ਼ਹਿਰ ਵਿੱਚ ਆਉਣਾ ਹੈ। ਮੈਨੂੰ ਇਸ ਗੱਲ ਦੀ ਖੁਸ਼ੀ ਹੈ। ਉਹ ਮੇਰੇ ਸ਼ਹਿਰ ਤੋਂ ਕਰੀਬ 40 ਕਿਲੋਮੀਟਰ ਦੂਰੀ 'ਤੇ ਗਵਾਂਢੀ ਸ਼ਹਿਰ ਵਿੱਚ ਰਹਿੰਦਾ ਹੈ। ਉਹ ਲੱਕੜ ਦਾ ਵਪਾਰੀ ਹੈ। ਮੈਂ ਉਸ ਨਾਲ ਗੱਲ ਕੀਤੀ। ਉਸਨੇ ਦੱਸਿਆ ਕਿ ਤੁਹਾਡੇ ਸ਼ਹਿਰ ਵਿੱਚ ਇੱਕ ਪੁਸਤਕ ਮੇਲਾ ਲੱਗ ਰਿਹਾ ਹੈ। ਉਸ ਦੇ ਉਦਘਾਟਨ 'ਤੇ ਮੇਰੀ ਪੁਸਤਕ ਦਾ ਰਿਲੀਜ਼ ਸਮਾਰੋਹ ਹੈ। ਮੇਰੇ ਲਈ ਇਹ ਗੱਲ ਚੰਗੀ ਗੱਲ ਸੀ। ਮੈਂ ਸੁਬੋਧ ਨੂੰ ਮਿਲਣਾ ਚਾਹੁੰਦਾ ਸੀ। ਵੈਸੇ ਫੇਸਬੁੱਕ 'ਤੇ ਸੁਨੇਹਾ ਰਾਹੀਂ ਅਸੀਂ ਇੱਕ ਦੂਜੇ ਦੇ ਕਾਫੀ ਕਰੀਬ ਹੋ ਚੁੱਕੇ ਸਾਂ। ਮੈਂ ਉਸ ਨੂੰ ਇਹ ਵੀ ਕਿਹਾ ਸੀ ਕਿ ਤੁਹਾਡੇ ਬਾਰੇ ਜਾਣਨ ਦਾ ਇਛੁਕ ਹਾਂ। ਦਰਅਸਲ ਉਸ ਨੂੰ ਜਾਣਨਾ ਮਾਇਰਾ ਨੂੰ ਜਾਣਨ ਦਾ ਇੱਕ ਢੰਗ ਸੀ। ਉਸ ਨੇ ਮੇਰੇ ਨਾਲ ਵਾਅਦਾ ਕੀਤਾ ਸੀ, ਜਦੋਂ ਕਦੀ ਆਪਾਂ ਮਿਲਾਂਗੇ ਉਹ ਸਭ ਮੇਰੇ ਨਾਲ ਸਾਂਝਾ ਕਰੇਗਾ। ਉਹ ਮੇਰੇ ਨਜ਼ਦੀਕੀ ਦੋਸਤ ਬਣ ਚੁੱਕਾ ਸੀ। ਮੇਰੇ 'ਤੇ ਵਿਸ਼ਵਾਸ ਵੀ ਕਰਨ ਲੱਗਾ ਸੀ। ਕਈ ਪਰਸਨਲ ਗੱਲਾਂ ਉਹ ਅਕਸਰ ਮੇਰੇ ਨਾਲ ਸਾਂਝੀਆਂ ਕਰਿਆ ਕਰਦਾ ਸੀ। ਉਸ ਦੇ ਚੰਗੇ ਲੇਖਕਾਂ ਵਿੱਚ ਨਾਮ ਆਉਂਦਾ ਹੈ। ਮੈਂ ਵੀ ਇਹ ਅੰਦਾਜ਼ਾ ਲਗਾ ਰਿਹਾ ਸੀ ਕਿ ਸ਼ਾਇਦ ਮਾਇਰਾ ਵੀ ਉੱਥੇ ਕਿਤਾਬ ਰਿਲੀਜ਼ ਦੇ ਫੰਕਸ਼ਨ ਵਿੱਚ ਆਵੇ। ਮੈਨੂੰ ਇਸ ਦੀ ਗੱਲ ਪੂਰੀ ਉਮੀਦ ਨਜ਼ਰ ਆ ਰਹੀ ਹੈ। ਮੈਂ ਬਸ ਫੜੀ ਅਤੇ ਬੁੱਕ ਰਿਲੀਜ਼ ਦੇ ਸਮਾਗਮ ਦੇ ਸਮੇਂ ਉੱਥੇ ਪਹੁੰਚ ਗਿਆ। ਸ਼ਾਮ ਦਾ ਸਮਾਂ ਸੀ। ਕਾਫੀ ਚਹਿਲ ਪਹਿਲ ਸੀ। ਮੈਂ ਸੁਬੋਧ ਨੂੰ ਪਹਿਲੀ ਵਾਰ ਵੇਖਿਆ। ਉਹ ਬੜੀ ਅਪਣਤ ਨਾਲ ਮਿਲਿਆ, ਜਿਵੇਂ ਬਹੁਤ ਚਿਰ ਜਾਣਦਾ ਹੋਵੇ। ਉਹ ਠੀਕ ਕੱਦ, ਪਤਲਾ ਤੇ ਤਿੱਖੇ ਨੱਕ ਵਾਲਾ 38-40 ਸਾਲ ਦਾ ਜੈਂਟਲਮੈਨ ਸੀ। ਇੱਕਦਮ ਸ਼ਾਂਤ। ਉਸਦੇ ਚਿਹਰੇ 'ਤੇ ਇੱਕ ਅਜੀਬ ਠਹਿਰਾਅ ਸੀ। ਉਹ ਮੈਨੂੰ ਥੱਕਿਆ ਹੋਇਆ ਲੱਗ ਰਿਹਾ ਸੀ। ਮੇਰੀਆਂ ਨਜ਼ਰਾਂ ਮਾਇਰਾ ਨੂੰ ਲੱਭ ਰਹੀਆਂ ਸਨ, ਪਰ ਉਹ ਨਹੀਂ ਆਈ। ਫਿਰ ਫੰਕਸ਼ਨ ਸ਼ੁਰੂ ਹੋਇਆ। ਸਟੇਜ 'ਤੇ ਸਾਰੀਆਂ ਰਸਮੀ ਗੱਲਾਂ ਹੋਈਆਂ। ਬੁੱਕ ਰਿਲੀਜ਼ ਹੋਈ, ਤਾੜੀਆਂ ਵੱਜੀਆਂ। ਸੁਬੋਧ ਨੇ ਇੱਕ ਰੋਮਾਂਟਿਕ ਪੋਇਮ ਪੜ੍ਹੀ। 2 ਘੰਟੇ ਵਿੱਚ ਇਹ ਸਭ ਸਮਾਪਤ ਹੋ ਗਿਆ। ਰਾਤ ਦੇ ਕਰੀਬ 9:30 ਦਾ ਸਮਾਂ ਸੀ। ਸੁਬੋਧ ਫਿਰ ਮੇਰੇ ਕੋਲ ਆਇਆ ਅਤੇ ਉਸਨੇ ਕਿਹਾ, ਮੈਨੂੰ ਇਜਾਜ਼ਤ ਦੇਵੋ, ਮੈਂ ਜਾ ਰਿਹਾ ਹਾਂ। ਮੈਂ ਉਸਨੂੰ ਕਿਹਾ, ਅੱਜ ਮੇਰੇ ਕੋਲ ਰੁਕ ਜਾਵੋ। ਥੋੜ੍ਹਾ ਜ਼ੋਰ ਦੇਣ 'ਤੇ ਉਹ ਮੰਨ ਗਿਆ। ਫਿਰ ਉਸਨੇ ਕਿਹਾ ਕਿ ਉਹ ਮੇਰੀਆਂ ਪੇਂਟਿੰਗਸ ਵੇਖਣ ਦਾ ਇਸ਼ਕ ਹੈ ਅਤੇ ਇਹ ਇੱਕ ਚੰਗਾ ਸਬੱਬ ਹੈ। ਮੈਂ ਤੇ ਸੁਬੋਧ ਇਕੱਠੇ ਕਾਰ ਵਿੱਚ ਮੇਰੇ ਘਰ ਵੱਲ ਚੱਲ ਤੁਰੇ। ਮੈਂ ਘਰ ਖਾਣਾ ਤਿਆਰ ਕਰਨ ਲਈ ਫੋਨ ਕੀਤਾ। ਰਸਤੇ ਵਿੱਚ ਆਮ ਗੱਲਬਾਤ ਚੱਲਦੀ ਰਹੀ। ਮੈਨੂੰ ਪਤਾ ਲੱਗਿਆ ਕਿ ਸੁਬੋਧ ਸ਼ਰਾਬ ਨਹੀਂ ਪੀਂਦਾ
घर आके असी खाना खा के रात नूं 10 कुछ बजे विले हो गए। सुबोध बड़े सत्कार नाल मेरी पत्नी नूं मिलिया, नज़र झुका के गल कर रहा सी। खाना खांदे होए अपनी किताब बारे गल्लां करदा रहा। खाना खाण बाद मेरी पत्नी दूसरे कमरे विच सौण चली गई। असी दोवें मेरे बैडरूम विच चले गए। मैं सुबोध नूं पुछया, तहानूं हले नींद तां नहीं आई? उसने कहा, मैं हमेशा देर नाल सौंदा हाँ ਅਤੇ ਜਦੋਂ ਮੈਨੂੰ ਨੀਂਦ ਆ ਰਹੀ ਹੋਵੇ ਤਾਂ ਆਪਣੇ ਆਪ ਨੂੰ ਜ਼ਬਰਦਸਤੀ ਜਾਗਦੇ ਰੱਖਣਾ ਮੈਨੂੰ ਚੰਗਾ ਲੱਗਦਾ ਹੈ। ਇਸ ਲਈ ਕੁਝ 15 ਜਾਂ 20 ਮਿੰਟ ਰੋਜ਼ ਕੁਰਸੀ ਜਾਂ ਸੋਫੇ 'ਤੇ ਬੈਠ ਕੇ ਸੌਂਦਾ ਹਾਂ, ਫਿਰ ਬਿਸਤਰ 'ਤੇ ਲੇਟ ਜਾਂਦਾ ਹਾਂ। ਮੇਰੀਆਂ ਕਈ ਹੋਰ ਵੀ ਅਜੀਬ ਹੌਬੀਜ਼ ਹਨ। ਮੈਂ ਬਿਸਤਰ ਵਿੱਚ ਬੈਠ ਗਿਆ ਅਤੇ ਸੁਬੋਧ ਮੇਰੇ ਨਜ਼ਦੀਕ ਹੀ ਕੁਰਸੀ 'ਤੇ ਬੈਠ ਗਿਆ। ਉਹ ਕੁਰਸੀ ਕੋਲ ਪਏ ਟੇਬਲ ਤੋਂ ਅਖਬਾਰ ਚੁੱਕ ਕੇ ਵੇਖਣ ਲੱਗਾ। ਮੈਂ ਉਸ ਨੂੰ ਕਿਹਾ, ਵੈਸੇ ਮੈਨੂੰ ਇਹ ਕਹਿੰਦੇ ਹੋਏ ਝਿਜਕ ਮਹਿਸੂਸ ਹੁੰਦੀ ਹੈ, ਪਰ ਮੈਂ ਤੁਹਾਡੇ ਬਾਰੇ ਸਭ ਕੁਝ ਜਾਣਨਾ ਚਾਹੁੰਦਾ ਹਾਂ। ਸਭ ਕੁਝ? ਹਾਂ, ਮੈਨੂੰ ਇਸ ਵਿੱਚ ਕੋਈ ਪ੍ਰੋਬਲਮ ਨਹੀਂ। ਜੇ ਤੁਹਾਨੂੰ ਇਸ ਨਾਲ ਖੁਸ਼ੀ ਮਿਲਦੀ ਹੈ। ਵੈਸੇ ਵੀ ਮੈਂ ਪਹਿਲਾਂ ਕਦੇ ਵੀ ਕੋਈ ਗੱਲ ਕਿਸੇ ਨਾਲ ਸਾਂਝੀ ਨਹੀਂ ਸੀ ਕਰਦਾ, ਪਰ ਪਿਛਲੇ ਕੁਝ ਸਮੇਂ ਤੋਂ ਮੈਂ ਬਿਲਕੁਲ ਸ਼ਰੇਆਮ ਜਿਹਾ ਹੋ ਗਿਆ ਹਾਂ। ਮੈਂ ਕੁਝ ਵੀ ਲੁਕਾ ਕੇ ਨਹੀਂ ਰੱਖਦਾ। ਸਾਡੇ ਕੋਲ ਲੁਕਾਉਣ ਨੂੰ ਹੁੰਦਾ ਵੀ ਕੁਝ ਨਹੀਂ। ਐਵੇਂ ਮਨੁੱਖਾਂ ਨੂੰ ਵਹਿਮ ਰਹਿੰਦਾ ਹੈ ਕਿ ਇਹ ਗੱਲ ਉਹਨਾਂ ਦੀ ਨਿੱਜੀ ਹੈ। ਸਭ ਦੀਆਂ ਨਿੱਜੀ ਗੱਲਾਂ ਤਕਰੀਬਨ ਇੱਕੋ ਜਿਹੀਆਂ ਹੁੰਦੀਆਂ ਹਨ। ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ। ਫਿਰ ਸੁਬੋਧ ਕੁਰਸੀ ਵਿੱਚ ਹੇਠਾਂ ਖਿਸਕ ਗਿਆ, ਅੱਧ ਲੇਟੀ ਅਵਸਥਾ ਵਿੱਚ ਬੈਠ ਗਿਆ। ਉਸਨੇ ਆਪਣੀਆਂ ਲੱਤਾਂ ਦੂਜੀ ਕੁਰਸੀ 'ਤੇ ਰੱਖ ਲਈਆਂ। ਕਿ ਇਸ ਕਮਰੇ ਵਿੱਚ ਕੋਈ ਛੋਟੀ ਲਾਈਟ ਹੈ? ਸੁਬੋਧ ਨੇ ਆਸੇ-ਪਾਸੇ ਕਮਰੇ ਵੱਲ ਵੇਖਿਆ। ਹਾਂ ਹੈ, ਮੈਂ ਸੰਖੇਪ ਵਿੱਚ ਜਵਾਬ ਦਿੱਤਾ। ਤਾਂ ਫਿਰ ਵੱਡੀ ਲਾਈਟ ਬੰਦ ਕਰ ਦਿਓ ਪਲੀਜ਼। ਮੈਂ ਵੱਡੀ ਲਾਈਟ ਬੰਦ ਕਰ ਦਿੱਤੀ ਅਤੇ ਛੋਟੀਆਂ 2 ਲਾਈਟਸ ਆਨ ਕੀਤੀਆਂ। ਇਹਨਾਂ ਦੀ ਲਾਈਟ ਕਾਫੀ ਸੀ। ਸੁਬੋਧ ਨੇ ਮੇਰੇ ਵੱਲ ਮੁਸਕਰਾ ਕੇ, ਕੱਲ੍ਹ ਸਵੇਰੇ ਮੈਂ ਤੁਹਾਡੀਆਂ ਪੇਂਟਿੰਗਸ ਵੇਖਾਂਗਾ। ਹੋ ਸਕਦਾ 1-2 ਲੈ ਵੀ ਜਾਵਾਂ, ਪਰ ਮੈਂ ਪੈਸੇ ਨਹੀਂ ਦੇਣੇ। ਉਹ ਗੱਲ ਨਹੀਂ, ਮੈਂ ਥੋੜ੍ਹਾ ਹੱਸ ਕੇ ਉਸਨੂੰ ਜਵਾਬ ਦਿੱਤਾ। ਹੁਣ ਤੁਸੀਂ ਆਪਣੇ ਬਾਰੇ ਮੈਨੂੰ ਦੱਸੋ। ਕਮਰੇ ਦੀ ਹਲਕੀ ਲਾਈਟ ਅਤੇ ਮੇਰੇ ਕਮਰੇ ਵਿੱਚ ਜਿੱਥੇ ਪਰਫਿਊਮ ਦੀ ਹਲਕੀ ਖੁਸ਼ਬੂ ਕਮਰੇ ਨੂੰ ਮਹਿਕਾ ਰਹੀ ਸੀ। ਮੈਂ ਚੰਗਾ ਮਹਿਸੂਸ ਕਰ ਰਿਹਾ ਸੀ, ਖਾਸ ਕਰ ਇਸ ਲਈ ਮੈਂ ਮਾਇਰਾ ਬਾਰੇ ਸਭ ਕੁਝ ਜਾਣ ਸਕਾਂ। ਸੁਬੋਧ ਨੇ ਬੋਲਣਾ ਸ਼ੁਰੂ ਕੀਤਾ। ਮੈਂ ਮੁਹੱਬਤ ਵਿੱਚ ਡੁੱਬਿਆ ਹੋਇਆ ਸਾਂ। ਇਸ ਤਰ੍ਹਾਂ ਕਹਿ ਲਵੋ, ਮੁਹੱਬਤ ਨਾਲ ਭਰਿਆ ਹੋਇਆ ਆਦਮੀ ਹਾਂ। ਪਰ ਇਹ ਵੀ ਕਿਹਾ ਜਾ ਸਕਦਾ ਹੈ ਕਿ ਮੁਹੱਬਤ ਵਿੱਚ ਹਾਰਿਆ ਹੋਇਆ ਆਦਮੀ। ਪਰ ਮੈਨੂੰ ਇਸ ਹਾਰ 'ਤੇ ਅਫਸੋਸ ਨਹੀਂ ਹੁੰਦਾ, ਕਿਉਂਕਿ ਮੁਹੱਬਤ ਦੀ ਹਾਰ ਸਾਰੀ ਜ਼ਿੰਦਗੀ ਸਾਡੇ ਨਾਲ ਚੱਲਣ ਵਾਲੀ ਚੀਜ਼ ਹੈ। ਇਸ ਨੂੰ ਭੁੱਲਿਆ ਨਹੀਂ ਜਾ ਸਕਦਾ। ਦੂਸਰੀ ਗੱਲ, ਮੁਹੱਬਤ ਬਹੁਤ ਵੱਡੀ ਚੀਜ਼ ਹੈ। ਮੁਹੱਬਤ ਕਿਸੇ ਵੀ ਜਗ੍ਹਾ ਨੂੰ, ਹਰ ਤਰ੍ਹਾਂ ਦੇ ਹਾਲਾਤ ਨੂੰ ਸਵਰਗ ਬਣਾ ਦਿੰਦੀ ਹੈ। ਮੁਹੱਬਤ ਮਨੁੱਖ ਨੂੰ ਸਿਖਾਉਂਦੀ ਹੈ ਕਿ ਉਸਨੂੰ ਸਿਰਫ ਆਪਣੇ ਲਈ ਨਹੀਂ ਜਿਉਣਾ ਚਾਹੀਦਾ। ਮੁਹੱਬਤ ਮਨੁੱਖ ਨੂੰ ਮਨੁੱਖ ਨਾਲ ਜੋੜਦੀ ਹੈ। ਮੁਹੱਬਤ ਬਿਨਾਂ ਮਨੁੱਖ ਸਿਰਫ ਮਸ਼ੀਨ ਹੁੰਦਾ ਹੈ। ਮੁਹੱਬਤ ਇੱਕ ਅਜਿਹਾ ਟਾਨਕ ਹੈ ਜਿਸ ਨੂੰ ਪੀਂਦਿਆਂ ਕਮਜ਼ੋਰ ਤੋਂ ਕਮਜ਼ੋਰ ਆਦਮੀ ਵੀ ਸਾਰੀ ਦੁਨੀਆ ਨਾਲ ਲੜਨ ਲਈ ਤਿਆਰ ਹੋ ਜਾਂਦਾ ਹੈ। ਮੁਹੱਬਤ ਕੁਦਰਤ ਨੂੰ ਸਮਝਣ ਲਈ ਪਹਿਲਾ ਇਲਮ ਹੈ। ਮੁਹੱਬਤ ਆਪਣੇ ਆਪ ਨੂੰ ਜਾਣਨ ਲਈ ਪਹਿਲੀ ਸ਼ਰਤ ਹੈ। ਮੁਹੱਬਤ ਪਰਮਾਤਮਾ ਵੱਲ ਜਾਣ ਲਈ ਪਹਿਲੀ ਪੌੜੀ ਹੈ। ਮੁਹੱਬਤ ਸਾਨੂੰ ਜਿਉਂਦੇ ਰਹਿਣਾ ਸਿਖਾਉਂਦੀ ਹੈ। ਪਰ ਇਹ ਵੀ ਸੱਚ ਹੈ ਕਿ ਕਾਮ ਅਤੇ ਮੁਹੱਬਤ ਦੇ ਬੁੱਢੇ ਨਹੀਂ ਹੁੰਦੇ। ਮੈਂ ਇਹੋ ਸਿੱਖਿਆ ਹੈ ਕਿ ਜੇ ਮੁਹੱਬਤ ਨੂੰ ਸਮਝਣਾ ਹੈ ਤਾਂ ਧਰਮ ਪੜ੍ਹੋ, ਜੇ ਧਰਮ ਨੂੰ ਸਮਝਣਾ ਹੈ ਤਾਂ ਮੁਹੱਬਤ ਕਰੋ। ਹੋ ਸਕਦਾ ਹੈ ਮਨੋਵਿਗਿਆਨੀਆਂ ਜਾਂ ਬਹੁਤ ਸਿਆਣੇ ਲੋਕਾਂ ਜਾਂ ਡਾਕਟਰਾਂ ਲਈ ਇਹ ਗੱਲ ਸਹੀ ਹੋਵੇ ਕਿ ਮੁਹੱਬਤ ਕਾਮ ਦਾ ਹੀ ਕੋਈ ਰੂਪ ਹੈ, ਪਰ ਅਸੀਂ ਜਿਸ ਸਮਾਜ ਵਿੱਚ ਪੈਦਾ ਹੋਈਏ ਇਸ ਵਿੱਚ ਮੁਹੱਬਤ ਅਤੇ ਕਾਮ ਦੋਹਾਂ ਨੂੰ ਹਕਾਰਤ ਭਰੀ ਨਜ਼ਰ ਨਾਲ ਵੇਖਿਆ ਜਾਂਦਾ ਹੈ। ਮੇਰੇ ਮਨ ਵਿੱਚ ਇਸ ਤਰ੍ਹਾਂ ਦੇ ਵਿਚਾਰ ਸਨ ਜਦੋਂ ਮੈਂ 15 ਕੁ ਸਾਲ ਦਾ ਸੀ ਕਿ ਇਹ ਸ਼ਾਇਦ ਕੋਈ ਪਾਪ ਹੈ। ਪਰ ਇਹ ਗੱਲ ਬੜੀ ਅਜੀਬ ਹੈ। ਸਾਡਾ ਸਮਾਜ ਇਹ ਚਾਹੁੰਦਾ ਹੈ ਕਿ ਕੋਈ ਵੀ ਲੜਕਾ ਜਾਂ ਲੜਕੀ ਕਾਮ ਬਾਰੇ ਜਾਂ ਮੁਹੱਬਤ ਬਾਰੇ ਨਾ ਸੋਚੇ, ਪਰ ਵਿਆਹ ਹੁੰਦਿਆਂ ਹੀ ਉਹ ਆਪਣੇ ਸਾਥੀ ਨਾਲ ਪਿਆਰ ਨਾਲ ਰਹੇ ਅਤੇ ਮਸ਼ੀਨ ਵਾਂਗ ਬੱਚੇ ਪੈਦਾ ਕਰੇ। ਜਿਵੇਂ ਮਨੁੱਖ
ਕੋਈ ਮਸ਼ੀਨ ਹੋਵੇ ਅਤੇ ਉਸ ਤੋਂ ਲੋੜ ਅਨੁਸਾਰ ਵਿਵਹਾਰ ਦੀ ਉਮੀਦ ਕੀਤੀ ਜਾਂਦੀ ਹੈ। ਪਤਾ ਨਹੀਂ ਇਹ ਸਭ ਜੋ ਮੇਰੇ ਮਨ ਵਿੱਚ ਹੈ, ਇਹ ਸ਼ਾਇਦ ਸਾਡੇ ਸਮਾਜ ਅਤੇ ਮੇਰੀ ਆਪਣੀ ਸੋਚ ਦਾ ਮਿਲਿਆ ਜੁਲਿਆ ਰੂਪ ਹੈ। ਮੈਨੂੰ ਅੱਜ ਤੱਕ ਕੋਈ ਅਜਿਹਾ ਆਦਮੀ ਨਹੀਂ ਮਿਲਿਆ ਜੋ ਮੁਹੱਬਤ ਬਾਰੇ ਮੇਰੇ ਵਾਂਗ ਸੋਚਦਾ ਹੋਵੇ, ਜਾਂ ਜਿਵੇਂ ਮੈਂ ਮਾਇਰਾ ਬਾਰੇ ਸੋਚਦਾ ਹਾਂ। ਮਾਇਰਾ ਉਸ ਦਾ ਅਸਲ ਨਾਮ ਨਹੀਂ ਹੈ, ਉਸ ਦਾ ਨਾਮ ਮਨਜੋਤ ਹੈ, ਪਰ ਉਸਨੇ ਮੈਨੂੰ ਕਿਹਾ ਸੀ ਕਿ ਮੈਂ ਉਸਨੂੰ ਇਸੇ ਨਾਮ ਨਾਲ ਬੁਲਾਵਾਂ। ਜਦੋਂ ਮੈਂ ਉਸ ਨੂੰ ਪਹਿਲੀ ਵਾਰ ਵੇਖਿਆ ਤਾਂ ਮੈਂ ਉਸ ਸਮੇਂ 16 ਕੁ ਸਾਲ ਦਾ ਸੀ। ਉਸ ਦੀ ਉਮਰ ਵੀ ਮੇਰੇ ਬਰਾਬਰ ਹੀ ਹੈ। ਉਹ ਜ਼ਿੰਦਗੀ ਨਾਲ ਭਰੀ ਹੋਈ ਸੀ। ਉਸ ਦੇ ਆਸ-ਪਾਸ ਖੁਸ਼ੀ ਨੱਚਦੀ ਸੀ। ਉਸ ਨੂੰ ਵੇਖਦੇ ਮੈਂ ਸਭ ਕੁਝ ਭੁੱਲ ਗਿਆ। ਮੈਨੂੰ ਲੱਗਦਾ ਸੀ ਕਿ ਧਰਤੀ 'ਤੇ ਸਿਰਫ ਇੱਕੋ ਚੀਜ਼ ਹੈ, ਉਹ ਹੈ ਮਾਇਰਾ, ਸਿਰਫ ਮਾਇਰਾ। ਸਾਡੇ ਘਰ ਇੱਕੋ ਪਿੰਡ ਵਿੱਚ ਇੱਕ ਦੂਜੇ ਤੋਂ ਕਾਫੀ ਦੂਰੀ 'ਤੇ ਸਨ। ਮੇਰਾ ਕਦੇ-ਕਦੇ ਉਹਨਾਂ ਦੇ ਘਰ ਜਾਣਾ, ਕਈ ਵਾਰ ਉਸ ਦੇ ਰਸਤੇ ਵਿੱਚ ਮਿਲ ਜਾਂਦੀ ਤਾਂ ਉਸ ਨੂੰ ਗੱਲ ਸਮਝਦੀ ਸੀ ਕਿ ਮੈਂ ਉਸ ਦਾ ਖੈਰ ਖੁਆਰ ਹਾਂ। ਉਹ ਮੈਨੂੰ ਚੰਗਾ ਸਮਝਦੀ ਸੀ, ਪਰ ਉਹ ਮੈਨੂੰ ਅਜਿਹੀ ਨਜ਼ਰ ਨਾਲ ਨਹੀਂ ਸੀ ਵੇਖਦੀ ਜਿਸ ਨੂੰ ਮੁਹੱਬਤ ਕਿਹਾ ਜਾਂਦਾ। ਮੈਂ ਉਸ ਨੂੰ ਕਦੇ ਨਹੀਂ ਕਿਹਾ ਕਿ ਮੈਂ ਉਸ ਨੂੰ ਪਿਆਰ ਕਰਦਾ। ਮੈਂ ਇੱਕ ਵਾਰ ਉਸ ਨੂੰ ਇਹ ਕਿਹਾ ਸੀ, ਜੇਕਰ ਜ਼ਿੰਦਗੀ ਵਿੱਚ ਕਦੇ ਵੀ ਕੋਈ ਅਜਿਹਾ ਕੰਮ ਹੋਵੇ ਜੋ ਤੇਰੇ ਲਈ ਕੋਈ ਨਾ ਕਰ ਸਕਦਾ ਹੋਵੇ, ਉਹ ਮੈਂ ਕਰਾਂਗਾ। ਤੈਨੂੰ ਜਦੋਂ ਵੀ ਲੋੜ ਹੋਵੇ ਦੱਸੀ। ਪੂਰਾ 1 ਸਾਲ ਮੈਂ ਉਸ ਬਾਰੇ ਸੋਚਦਾ ਰਿਹਾ, ਉਸ ਦੇ ਸੁਪਨੇ ਵੇਖਦਾ ਰਿਹਾ। ਮੈਂ ਅਕਸਰ ਸੋਚਿਆ ਕਰਦਾ ਸੀ ਕਿ ਕਦੇ ਸਾਡੇ ਘਰ ਦਾ ਦਰਵਾਜ਼ਾ ਖੜਕੇਗਾ ਅਤੇ ਜਦੋਂ ਮੈਂ ਵੇਖਾਂਗਾ ਦਰਵਾਜ਼ੇ 'ਤੇ ਮਾਇਰਾ ਹੋਵੇਗੀ, ਸਿਰਫ ਮਾਇਰਾ। ਪਰ ਇਹ ਕਦੇ ਨਹੀਂ ਹੋਇਆ। ਪਰ 1 ਸਾਲ ਬਾਅਦ ਮੈਨੂੰ ਪਤਾ ਲੱਗਿਆ ਕਿ ਉਹ ਕਿਸੇ ਹੋਰ ਮੁੰਡੇ ਨੂੰ ਪਿਆਰ ਕਰਦੀ ਹੈ। ਮੈਨੂੰ ਅਫਸੋਸ ਹੋਇਆ, ਪਰ ਮੈਂ ਸੋਚਦਾ ਸੀ ਕਿ ਜੇਕਰ ਉਹ ਇਸੇ ਤਰ੍ਹਾਂ ਖੁਸ਼ ਹੈ ਤਾਂ ਇਹ ਠੀਕ ਹੈ। ਅਤੇ ਮੇਰੀ ਇਹੀ ਗੱਲ ਹੈ ਜਿਹੜੀ ਮੈਨੂੰ ਲੋਕਾਂ ਨਾਲੋਂ ਜੁਦਾ ਕਰਦੀ ਹੈ ਕਿ ਮੈਨੂੰ ਮੁਹੱਬਤ ਵਿੱਚ ਆਪਣੇ ਲਈ ਕੁਝ ਵੀ ਨਹੀਂ ਸੀ ਚਾਹੀਦਾ। ਮੈਂ ਉਸ ਨੂੰ ਹਮੇਸ਼ਾ ਕਿਸੇ ਪਰੀ ਦੇ ਰੂਪ ਵਿੱਚ ਵੇਖਿਆ। ਮੈਂ ਨਹੀਂ ਸੀ ਚਾਹੁੰਦਾ ਕਿ ਮੇਰੀ ਕਿਸੇ ਵੀ ਗੱਲ ਨੂੰ ਉਸ ਨੂੰ ਤਕਲੀਫ ਹੋਵੇ। ਫਿਰ ਇੱਕ ਦਿਨ ਉਸਨੇ ਮੈਨੂੰ ਆਪਣੇ ਘਰ ਬੁਲਾਇਆ। ਉਹ ਰਸਤੇ ਤੋਂ ਲੰਘਦੀ ਮੈਨੂੰ ਮਿਲੀ ਸੀ। ਉਸਨੇ ਕਿਹਾ, 15 ਜਾਂ 20 ਮਿੰਟ ਰੁਕ ਕੇ ਘਰ ਆ ਜਾਣਾ। ਮੇਰਾ ਦਿਲ ਤੇਜ਼ੀ ਨਾਲ ਧੜਕ ਰਿਹਾ ਸੀ ਕਿ ਪਤਾ ਨਹੀਂ ਕੀ ਗੱਲ ਹੈ। ਮੈਂ ਚਲਾ ਗਿਆ। ਮਾਇਰਾ ਘਰ ਇਕੱਲੀ ਸੀ। ਮੈਂ ਦਰਵਾਜ਼ਾ ਖੜਕਾਇਆ। ਉਸਨੇ ਦਰਵਾਜ਼ਾ ਖੋਲ੍ਹਿਆ, ਫਿਰ ਬੰਦ ਕਰ ਦਿੱਤਾ। ਮੈਂ ਘਬਰਾਇਆ ਹੋਇਆ ਸੀ ਕਿ ਪਤਾ ਨਹੀਂ ਉਹ ਕੀ ਕਹੇਗੀ। ਅਸੀਂ ਉਹਨਾਂ ਦੇ ਘਰ ਇੱਕ ਛੋਟੇ ਜਿਹੇ ਕਮਰੇ ਵਿੱਚ ਬੈਠੇ ਸੀ। ਇਸ ਘਰ ਵਿੱਚ ਸਿਰਫ 2 ਹੀ ਕਮਰੇ ਸਨ। ਮਾਇਰਾ ਮੇਰੇ ਕੋਲ ਬੈਠ ਗਈ। ਮੈਂ ਕੁਝ ਕਹਿਣਾ ਚਾਹੁੰਦੀ ਹਾਂ, ਉਸਨੇ ਇੰਨਾ ਹੀ ਕਿਹਾ ਤੇ ਰੋਣ ਲੱਗ ਗਈ। ਉਸਦੇ ਬੁੱਲ੍ਹ ਕੰਬ ਰਹੇ ਸਨ, ਹੱਥ ਵੀ ਕੰਬ ਰਹੇ ਸਨ, ਕਿਉਂਕਿ ਉਹ ਅਜਿਹੇ ਸਮਾਜ ਵਿੱਚ ਪੈਦਾ ਹੋਈ ਸੀ ਜਿੱਥੇ ਕੁੜੀ ਦਾ ਕਿਸੇ ਵੀ ਮੁੰਡੇ ਨੂੰ ਮੁਹੱਬਤ ਕਰਨਾ ਜਾਂ ਆਪਣੀ ਮਰਜ਼ੀ ਨਾਲ ਵਿਆਹ ਕਰਾਉਣਾ ਪਾਪ ਮੰਨਿਆ ਜਾਂਦਾ ਹੈ। ਮੈਂ ਇੰਨਾ ਤਾਂ ਸਮਝ ਗਿਆ ਸੀ ਕਿ ਉਹ ਇਸ ਤਰ੍ਹਾਂ ਦੀ ਕੋਈ ਗੱਲ ਹੋਵੇਗੀ। ਉਸਨੇ ਕਿਹਾ ਕਿ ਉਹ ਸਿਮਰਨ ਨੂੰ ਪਿਆਰ ਕਰਦੀ ਹੈ। ਸਿਮਰਨ ਨਾਲ ਵਾਲੇ ਪਿੰਡ ਦਾ ਮੁੰਡਾ ਸੀ, ਨਾਲ ਦੇ ਪਿੰਡ ਵਾਲਾ ਮੁੰਡਾ ਸੀ ਜੋ ਮਾਇਰਾ ਦੇ ਨਾਲ ਪੜ੍ਹਦਾ ਸੀ। ਮੇਰੇ ਲਈ ਇਹ ਸੁਣਨਾ ਔਖਾ ਸੀ। ਸਿਮਰਨ ਮੇਰਾ ਵੀ ਫਰੈਂਡ ਸੀ। ਮੇਰਾ ਵੀ ਉਹਨਾਂ ਦੇ ਘਰ ਆਉਣਾ ਜਾਣਾ ਸੀ। ਮਾਇਰਾ ਨੇ ਕਿਹਾ ਕਿ ਮੈਂ ਸਿਮਰਨ ਦੇ ਘਰਦਿਆਂ ਨੂੰ ਉਸ ਦੇ ਵਿਆਹ ਦੀ ਗੱਲ ਕਰਾਂ ਅਤੇ ਮਾਇਰਾ ਦੇ ਭਰਾ ਨੂੰ ਵੀ ਇਸ ਲਈ ਮਨਾਵਾਂ। ਮੈਂ ਇਸ ਲਈ ਹਾਂ ਕਰ ਦਿੱਤੀ। ਮੈਂ ਆਪਣੇ ਲੈਵਲ 'ਤੇ ਹਰ ਕੋਸ਼ਿਸ਼ ਕੀਤੀ ਕਿ ਦੋਹਾਂ ਪਰਿਵਾਰਾਂ ਵਿੱਚ ਤਾਲਮੇਲ ਬੈਠ ਸਕੇ ਅਤੇ ਮਾਇਰਾ ਅਤੇ ਸਿਮਰਨ ਦਾ ਵਿਆਹ ਹੋ ਜਾਵੇ, ਪਰ ਮੇਰੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਹੋਈਆਂ। ਇਸ ਦੇ ਬਾਅਦ ਮੈਂ ਵਿਦੇਸ਼ ਚਲਾ ਗਿਆ। ਫਿਰ ਕਦੇ ਵੀ ਮੇਰੀ ਮਾਇਰਾ ਨਾਲ ਗੱਲ ਨਹੀਂ ਹੋਈ। ਫਿਰ ਇੱਕ ਦਿਨ ਅਚਾਨਕ ਮੇਰੇ ਫੋਨ 'ਤੇ ਕਾਲ ਆਈ। ਕਰੀਬ 15-16 ਸਾਲ ਬਾਅਦ ਮੈਂ ਮਾਇਰਾ ਦੀ ਆਵਾਜ਼ ਸੁਣ ਰਿਹਾ ਸੀ। ਮੈਂ ਹੈਰਾਨੀ ਨਾਲ ਭਰ ਗਿਆ। ਮੈਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਮੈਂ ਕੀ ਗੱਲ ਕਰਾਂ। ਉਸਨੇ ਦੱਸਿਆ ਕਿ ਉਹ ਇੱਕ ਅਨਾਥ ਆਸ਼ਰਮ ਵਿੱਚ ਟੀਚਰ ਹੈ। ਮੇਰਾ ਪੂਰਾ ਸਰੀਰ ਕੰਬ ਰਿਹਾ ਸੀ। ਦਿਲ ਤੇਜ਼ ਧੜਕ ਰਿਹਾ ਸੀ ਕਿਉਂਕਿ ਉਹ ਮੇਰੀ ਮੁਹੱਬਤ ਸੀ।
ਜਿਸ ਲਈ ਮੈਂ ਦਿਨ ਰਾਤ ਦੁਆਵਾਂ ਮੰਗੀਆਂ ਕਿ ਉਸ ਨੂੰ ਹਰ ਖੁਸ਼ੀ ਮਿਲੇ। ਉਸ ਦੀ ਜ਼ਿੰਦਗੀ ਵਿੱਚ ਪਿਛਲੇ ਸਮੇਂ ਵਿੱਚ ਕੀ ਹੋਇਆ ਇਸ ਬਾਰੇ ਸਾਡੀ ਕੋਈ ਗੱਲ ਨਹੀਂ ਹੋਈ। ਫਿਰ ਉਸ ਦੇ ਨਾਲ ਮੇਰਾ ਸੰਪਰਕ ਬਣ ਗਿਆ, ਪਰ ਹਰ ਵਾਰ ਬਸ ਆਮ ਜਿਹੀ ਗੱਲਬਾਤ ਹੁੰਦੀ ਰਹਿੰਦੀ ਜੋ ਹਾਲੇ ਤੱਕ ਜਾਰੀ ਹੈ। ਮੈਂ ਹਰ ਰੋਜ਼ ਇਹ ਸੋਚਦਾ ਹਾਂ ਕਿ ਉਸ ਕੋਲ ਜਾਵਾਂ, ਉਸ ਨੂੰ ਪੁੱਛਾਂ ਕਿ ਉਸ ਨਾਲ ਰੇਪ ਕਿਉਂ ਅਤੇ ਕਿਵੇਂ ਹੋਇਆ ਅਤੇ ਹੋਰ ਬਹੁਤ ਕੁਝ। ਪਰ ਕੁਝ ਹੈ ਜੋ ਮੈਨੂੰ ਰੋਕਦਾ ਹੈ। ਮੈਂ ਮਹਿਸੂਸ ਕਰਦਾ ਹਾਂ ਕਿ ਉਹ ਮੇਰੇ ਤੋਂ ਦੂਰੀ ਬਣਾ ਕੇ ਰੱਖਣਾ ਚਾਹੁੰਦੀ ਹੈ। ਪਤਾ ਨਹੀਂ ਕਿਉਂ। ਮੈਂ ਜੇਕਰ ਉਸ ਦਾ ਹਾਲ ਵੀ ਸੁਨੇਹੇ ਰਾਹੀਂ ਪੁੱਛਦਾ ਹਾਂ ਤਾਂ ਮੈਨੂੰ ਮਹਿਸੂਸ ਹੁੰਦਾ ਹੈ ਕਿ ਉਸ ਨੂੰ ਸ਼ਾਇਦ ਇਹ ਪਸੰਦ ਨਹੀਂ ਹੈ। ਮੈਂ ਉਸ ਦੀ ਆਤਮਾ 'ਤੇ ਬੋਝ ਨਹੀਂ ਸੀ ਬਣਨਾ ਚਾਹੁੰਦਾ, ਭਾਵੇਂ ਉਹ ਇੱਕ ਚੰਗੇ ਆਦਮੀ ਦੇ ਰੂਪ ਵਿੱਚ ਮੈਨੂੰ ਪਸੰਦ ਕਰਦੀ ਹੈ, ਪਰ ਬਿਨਾਂ ਉਸ ਦੀ ਇਜਾਜ਼ਤ ਦੇ ਮੈਂ ਉਸ ਦੀ ਜ਼ਿੰਦਗੀ ਵਿੱਚ ਦਖਲ ਨਹੀਂ ਦੇ ਸਕਦਾ। ਇਹੀ ਮੇਰੀ ਉਸ ਲਈ ਰਿਸਪੈਕਟ ਹੈ। ਪਰ ਜਦੋਂ ਵੀ ਕਦੇ ਮੈਂ ਮਹਿਸੂਸ ਕਰਾਂਗਾ ਕਿ ਉਸ ਨੂੰ ਕਿਸੇ ਦੀ ਜ਼ਰੂਰਤ ਹੈ ਤਾਂ ਸਭ ਤੋਂ ਪਹਿਲਾਂ ਮੈਂ ਉਸ ਕੋਲ ਹੋਵਾਂਗਾ। ਇਹ ਬੋਲਦਾ ਬੋਲਦਾ ਸੁਬੋਧ ਕੁਝ ਚਿਰ ਰੁਕ ਗਿਆ। ਅਸੀਂ ਦੋਵੇਂ ਚੁੱਪਚਾਪ ਬੈਠੇ ਰਹੇ। ਸੁਬੋਧ ਨੇ ਅੱਖਾਂ ਬੰਦ ਕੀਤੀਆਂ ਅਤੇ ਆਪਣਾ ਸਿਰ ਪਿੱਛੇ ਵੱਲ ਕੁਰਸੀ 'ਤੇ ਰੱਖ ਲਿਆ। ਬਾਕੀ ਅਗਲੇ ਭਾਗ ਦੇ ਵਿੱਚ।